ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਬਹੁਤ-ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਸੋ ਡੱਲਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਪੰਜਾਬ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ, ਪਲ-ਪਲ ਸਿਆਸਤ ਬਦਲਦੀ ਜਾ ਰਹੀ ਹੈ। ਜਿਵੇਂ-ਜਿਵੇਂ ਅਸੀਂ 2024 ਦੇ ਨੇੜੇ ਜਾਂਦੇ ਹਾਂ, ਉਵੇਂ ਹੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦਾ ਸਿਆਸੀ ਮਾਹੌਲ ਵੀ ਲਗਾਤਾਰ ਬਦਲਦਾ ਜਾ ਰਿਹਾ ਹੈ। ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਰਣਨੀਤੀ ਦੇ ਉੱਪਰ ਅੱਗੇ ਵੱਧ ਤਾਂ ਜ਼ਰੂਰ ਰਹੀਆਂ ਨੇ, ਪਰ ਓਵਰਆਲ ਜੇ ਆਪਾਂ ਗੱਲ ਕਰੀਏ ਵੱਡੀਆਂ ਖਬਰਾਂ ਦੀ, ਸਿਆਸਤ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੀ, ਤਾਂ ਮੈਂ ਜ਼ਰੂਰ ਚਾਹਾਂਗੀ ਜਿਹੜੀਆਂ ਖਾਸ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਤੁਸੀਂ ਅੱਜ ਇਕੱਠਾ ਕਰਕੇ ਲਿਆਇਓ, ਪੂਰੀ ਜਾਣਕਾਰੀ ਇਕੱਠੀ ਕਰਕੇ ਲਿਆਇਓ, ਪੂਰੀ ਇੱਕ ਕਰਕੇ ਸਾਰੀਆਂ ਖਬਰਾਂ ਦੀ ਜਾਣਕਾਰੀ ਸਿਲਸਿਲਾਵਾਰ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਹਰਜੋਤ ਜੀ, 3-4 ਵੱਡੀਆਂ ਖਬਰਾਂ ਨੇ, ਇੱਕ ਕਰਕੇ ਇਹਨਾਂ ਖਬਰਾਂ ਤੇ ਗੱਲ ਅੱਗੇ ਵਧਾਵਾਂਗੇ। ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰਾਂਗੇ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਸੁਨੀਲ ਜਾਖੜ ਜਦੋਂ ਪ੍ਰਧਾਨ ਬਣਨਗੇ ਤਾਂ ਪੰਜਾਬ ਦੇ ਵਿੱਚ ਵੱਡੀ ਟੁੱਟ ਹੋ ਸਕਦੀ ਹੈ। ਕਾਂਗਰਸ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਸੁਨੀਲ ਜਾਖੜ ਨਾਲ ਕਾਂਗਰਸ ਦੇ ਲੀਡਰ ਆ ਸਕਦੇ ਨੇ। ਮੈਨੂੰ ਲੱਗਦਾ ਕੱਲ੍ਹ ਇੱਕ ਛੋਟਾ ਜਿਹਾ ਸਮਾਗਮ ਸੀ ਜਦੋਂ ਸ਼ਾਮਲ ਹੋਏ ਸੁਨੀਲ ਜਾਖੜ ਦੇ ਨਾਲ ਅਸ਼ਵਨੀ ਸੇਖੜੀ। ਹਾਲਾਂਕਿ ਉਹ ਅਮਿਤ ਸ਼ਾਹ ਉਹਨਾਂ ਨੂੰ ਪਹਿਲਾਂ ਹੀ ਮਿਲੇ ਆਏ ਸੀ ਸਮੇਤ ਪਰਿਵਾਰ। ਸੋ ਕੱਲ੍ਹ ਅਸ਼ਵਨੀ ਸੇਖੜੀ ਇੱਕ ਸਾਬਕਾ ਮੰਤਰੀ, ਸਾਬਕਾ ਵਿਧਾਇਕ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਇੰਡੀਆ ਅਲਾਇੰਸ ਹੋ ਗਿਆ ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ, ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਇਨਕਲੂਸਿਵ ਅਲਾਇੰਸ, ਉਹਦੇ ਤਹਿਤ ਜਿਹੜੀਆਂ 25-26 ਪਾਰਟੀਆਂ ਇਕੱਠੀਆਂ ਹੋ ਗਈਆਂ, ਮੈਨੂੰ ਲੱਗਦਾ ਉਹੀ ਝਟਕਾ ਭਾਰਤੀ ਜਨਤਾ ਪਾਰਟੀ ਨੂੰ ਤੇ ਸੁਨੀਲ ਜਾਖੜ ਨੂੰ ਲੱਗਿਆ। ਉਮੀਦ ਸੀ ਕਿ ਅਸ਼ਵਨੀ ਸੇਖੜੀ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਂਗਰਸ ਦੇ ਲੀਡਰ, ਸਾਬਕਾ MP, ਐਕਸ MP ਜਾਂ ਮੌਜੂਦਾ MP ਵੀ ਭਾਜਪਾ 'ਚ ਆ ਸਕਦੇ ਨੇ, ਪਰ ਅਜਿਹਾ ਨਹੀਂ ਹੋ ਸਕਿਆ। ਸੋ ਇਕੱਲੇ ਅਸ਼ਵਨੀ ਸੇਖੜੀ ਨੇ ਕੱਲ੍ਹ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਹੱਥੋਂ ਜੁਆਇਨ ਕੀਤੀ ਹੈ ਔਰ 1985, 2002, 2012 ਦੇ ਵਿੱਚ ਵਿਧਾਇਕ ਰਹੇ ਨੇ ਬਟਾਲਾ ਤੋਂ ਸੁਨੀਲ ਜਾਖੜ, ਮਾਫ ਕਰਨਾ ਅਸ਼ਵਨੀ ਸੇਖੜੀ, ਔਰ 2002 ਤੋਂ 2007 ਵਾਲੀ ਜਿਹੜੀ ਸਰਕਾਰ ਸੀ ਕੈਪਟਨ ਅਮਰਿੰਦਰ ਦੀ, ਉਸ ਦਰਮਿਆਨ ਉਹ ਮੰਤਰੀ ਵੀ ਰਹੇ। ਕੈਪਟਨ ਅਮਰਿੰਦਰ ਦੀ ਪਿਛਲੀ ਸਰਕਾਰ ਵੇਲੇ ਉਹ ਵਜ਼ੀਰ ਨਹੀਂ ਸੀ ਕਿਉਂਕਿ ਉਹ ਜਿੱਤ ਨਹੀਂ ਸਕੇ। ਸੋ ਉਹ 17 'ਚ ਵੀ ਨਹੀਂ ਜਿੱਤ ਸਕੇ ਅਤੇ 22 ਦੇ ਵਿੱਚ ਵੀ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਜਾ ਸਕੇ। ਪਰ ਹੁਣ ਫੁੱਲ ਦੇ ਸਹਾਰੇ ਮੈਨੂੰ ਲੱਗਦਾ ਸੁਨੀਲ ਜਾਖੜ ਦੇ ਨਾਲ ਮਿਲ ਕੇ ਅਸ਼ਵਨੀ ਸੇਖੜੀ ਆਪਣੀ ਸਿਆਸੀ ਕਿਸ਼ਤੀ ਹੈ ਜਿਹੜੀ ਉਹ ਪਾਰ ਲਾਉਣਗੇ। ਹਾਲਾਂਕਿ ਅੱਜ ਕੱਲ੍ਹ ਤਾਂ ਦਰਿਆਵਾਂ 'ਚ ਹੜ੍ਹ ਬੜਾ, ਕਿਸ਼ਤੀ ਕੁਸ਼ਤੀ ਚੱਲਣੀ ਔਖੀ ਹੈ, ਪਰ ਜਦੋਂ ਵੋਟਾਂ ਦਾ ਸਮਾਂ ਆਊਗਾ ਉਦੋਂ ਇਹਦੇ 'ਤੇ ਤਵੱਜੋ ਜ਼ਰੂਰ ਦਿੱਤੀ ਜਾਊਗੀ। ਪਰ ਮੈਨੂੰ ਇਹ ਲੱਗਦਾ ਕਿ ਸੁਨੀਲ ਜਾਖੜ ਨਿੱਜੀ ਤੌਰ 'ਤੇ ਵੀ ਚਾਹੁੰਦੇ ਹੋਣਗੇ ਕਿ ਅਸ਼ਵਨੀ ਸੇਖੜੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ, ਕਿਉਂਕਿ ਸੁਨੀਲ ਜਾਖੜ ਦੀ ਨਜ਼ਰ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋ ਸਕਦੀ ਹੈ। ਹੁਣ ਉਹ ਪ੍ਰਧਾਨ ਵੀ ਨੇ ਅਤੇ ਉਹਨਾਂ ਦੀ ਟਿਕਟ ਵੀ ਕੱਟਣੀ ਕਿਸੇ ਲਈ ਔਖੀ ਹੈ। ਜਦੋਂ ਕਾਂਗਰਸ 'ਚ ਸੀ, ਕੈਪਟਨ ਅਮਰਿੰਦਰ ਨੇ ਇੱਕ ਵਾਰੀ ਉਹਨਾਂ ਨੂੰ ਪਹਿਲਾਂ ਟਿਕਟ ਦਿੱਤੀ, ਉਹ ਜਿੱਤੇ। ਜਦੋਂ ਸਨੀ ਦਿਓਲ ਉਮੀਦਵਾਰ ਨਹੀਂ ਸੀ ਅਤੇ ਹੁਣ ਜਦੋਂ ਸਨੀ ਦਿਓਲ ਉਮੀਦਵਾਰ ਸੀ ਅਤੇ ਸੁਨੀਲ ਜਾਖੜ ਉੱਥੋਂ ਹਾਰ ਗਏ ਅਤੇ ਹੁਣ ਸਨੀ ਦਿਓਲ ਵੀ ਇੱਥੇ ਘੱਟ ਹੀ ਆਉਂਦੇ ਨੇ। ਮੈਨੂੰ ਨਹੀਂ ਉਮੀਦ ਕਿ ਸਨੀ ਦਿਓਲ ਵਾਪਸ ਚੋਣਾਂ ਦੇ ਵਿੱਚ ਆਉਣਗੇ, ਕਿਉਂਕਿ ਜੇ ਉਹ ਆਉਣਗੇ ਤਾਂ ਲੋਕ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਨਗੇ। ਸੋ ਇਸ ਕਰਕੇ ਸਨੀ ਦਿਓਲ ਦੇ ਆਉਣ ਦੀ ਉਮੀਦ ਘੱਟ ਹੈ। ਬਾਕੀ ਬਟਾਲਾ ਤੋਂ ਕਿਉਂਕਿ ਅਸ਼ਵਨੀ ਸੇਖੜੀ ਸਾਬਕਾ ਵਿਧਾਇਕ ਮੰਤਰੀ ਰਹੇ ਨੇ, ਇਹਦੇ ਨਾਲ BJP ਨੂੰ ਤਾਕਤ ਜ਼ਰੂਰ ਮਿਲੂਗੀ। ਅਸ਼ਵਨੀ ਸੇਖੜੀ ਦਾ ਭਵਿੱਖ BJP 'ਚ ਕਿਸ ਤਰ੍ਹਾਂ ਅੱਗੇ ਵੱਧਦਾ ਹੈ, ਇਹ ਹੁਣ ਭਵਿੱਖ ਦੱਸੂਗਾ। ਕਿ ਅਸ਼ਵਨੀ ਜੀ ਨੇ ਵੀ ਅੱਜ ਦੇਖ ਲਿਆ ਕਿ ਕਾਂਗਰਸ ਪਾਰਟੀ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਦੇਸ਼ ਦੇ ਅੰਦਰ ਅੱਜ ਤੇ ਲੋਕ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਸੀਗੇ, ਅੱਜ ਅਸ਼ਵਨੀ ਸੇਖੜੀ ਜੀ ਨਹੀਂ ਕਾਂਗਰਸ ਛੱਡ ਰਹੇ। ਦਰਅਸਲ ਹੋਇਆ ਕਿ ਕਾਂਗਰਸ ਆਪਣੇ ਵਿਚਾਰਧਾਰਾ ਤੋਂ ਭਟਕ ਗਈ। ਉਹ ਜਿਹੜੇ ਮੁੱਦਿਆਂ ਦੇ ਉੱਤੇ ਦੇਸ਼ ਦੇ ਅੰਦਰ ਆਪਣੇ ਆਪ ਨੂੰ ਇੱਕ ਨੈਸ਼ਨਲ ਪਾਰਟੀ ਕਹਿ ਰਹੀ ਸੀ, ਉਹ ਵੀ ਆਪਣੇ ਆਪ ਨੂੰ ਇੱਕ ਰੀਜਨਲ ਪਾਰਟੀ ਆਫ ਅ ਪਰਟੀਕੂਲਰ ਕਲਾਸ, ਆਫ ਅ ਪਰਟੀਕੂਲਰ ਕਮਿਊਨਿਟੀ ਬਣਦੀ ਜਾ ਰਹੀ ਹੈ, ਜਿਹਨੂੰ ਲੈ ਕੇ ਅੱਜ ਲੋਕਾਂ ਦੇ ਅੰਦਰ ਬਹੁਤ ਬੜੀ ਭਾਰੀ ਨਿਰਾਸ਼ਾ ਹੈ ਤੇ ਬਹੁਤ ਭਾਰੀ ਚਿੰਤਾ ਵੀ ਹੈ। ਔਨ ਰੀਸੈਂਟ ਲੈਵਲ ਜਿਹੜਾ ਜੋ ਕੁਛ ਕਾਂਗਰਸ ਪਾਰਟੀ ਨੇ ਕੀਤਾ ਹੈ, ਜਿਸ ਹਿਸਾਬ ਨਾਲ ਉਹਨਾਂ ਨੇ ਘੁਟਨੇ ਟੇਕੇ ਹੈ ਆਪਣੇ ਨਿੱਜੀ ਸਵਾਰਥਾਂ ਵਾਸਤੇ, ਚਾਹੇ ਪੰਜਾਬ ਦੀ ਲੀਡਰਸ਼ਿਪ ਹੈ, ਚਾਹੇ ਸੈਂਟਰਲ ਲੀਡਰਸ਼ਿਪ ਹੈ, ਉਹਨਾਂ ਨੇ ਅੱਜ ਪੰਜਾਬ ਦੇ ਵਰਕਰ ਦੇ ਨਾਲ ਖਾਸ ਤੌਰ 'ਤੇ, ਜਿਹਨੂੰ ਕਿਸੇ ਕਿਸਮ ਦਾ ਖਤਰਾ ਨਹੀਂ, ਜਿਸਨੂੰ ਕਿਸੇ ਕਿਸਮ ਦਾ ਵਿਜੀਲੈਂਸ ਤੋਂ ਡਰ ਨਹੀਂ, ਉਹਨਾਂ ਨਾਲ ਜਿਹੜਾ ਧੋਖਾ ਕੀਤਾ ਗਿਆ ਹੈ,
ਆਪਣੇ ਕੁਝ ਚੰਦ ਲੋਕਾਂ ਨੂੰ ਬਚਾਉਣ ਵਾਸਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸ਼ਵਨੀ ਜੀ ਨੇ ਸਾਡੇ ਨਾਲ ਜੁਆਇਨ ਕੀਤਾ ਹੈ। ਇੱਕ ਸਮੇਂ ਸੀਗਾ ਕਾਂਗਰਸ 'ਚ ਮੈਰਿਟ ਚੱਲਦੀ ਸੀ, ਅੱਜ ਮਨੀ ਚੱਲਦੀ। ਪੈਸੇ ਦੇ ਜੋੜ ਦੇ ਉੱਤੇ ਉੱਥੇ ਅਹੁਦੇ ਵੰਡੇ ਜਾਂਦੇ। ਕਿਸੇ ਵੀ ਮੀਟਿੰਗ ਦੇ ਵਿੱਚ ਲੋਕਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ, ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਲੱਗਦੇ ਰਹਿੰਦੇ। ਤੇ ਵਿਧਾਨ ਸਭਾ 'ਚ ਵੀ ਇਹੋ ਜਿਹਾ ਮਾਹੌਲ। ਕਿਆ ਅਸੀਂ ਲੋਕ ਆਪਣੇ ਪਰਿਵਾਰਾਂ ਦਾ ਸਮੇਂ, ਆਪਣੇ ਰਿਸੋਰਸਿਸ ਨੂੰ ਛੱਡ ਕੇ ਜਨਤਾ ਦੀ ਸੇਵਾ ਜਦੋਂ ਆਉਂਦੇ ਆ ਤੇ ਇਸ ਕੰਮ ਲਈ ਆਉਂਦੇ ਆ ਕਿ ਕੁਰਸੀ ਲੈ ਲੈਣ? ਇਸ਼ੂਜ਼ ਲੈ ਕੇ ਸਾਨੂੰ ਤਾਂ ਇਹ ਸਿਖਾਇਆ ਗਿਆ, ਚੌਧਰੀ ਬਲਰਾਮ ਜਾਖੜ ਜੀ, ਸੇਖਜੀ ਸਾਹਿਬ, ਵੱਡੇ ਬਾਜਵਾ ਸਾਹਿਬ, ਕਿ ਲੋਕਾਂ ਦੀ ਲੜਾਈ ਲੜੋ। ਲੜਦੇ ਰਹੇ। ਮਾਹੌਲ ਕਾਂਗਰਸ ਪਾਰਟੀ 'ਚ ਉੱਥੇ ਇਹ ਬਣ ਗਿਆ ਕਿ ਅੱਜ ਲੋਕਾਂ ਦੀ ਲੜਾਈ ਨਹੀਂ ਆ, ਉੱਥੇ ਅਹੁਦੇ ਦੀ ਲੜਾਈ। ਇਹੀ ਕਾਰਨ ਹੈ ਕਿ ਕਾਂਗਰਸ ਦੇ ਬੈਸਟ ਬ੍ਰੇਨ ਜਿਹੜੇ ਨੇ, ਬੈਸਟ ਟੈਲੈਂਟ ਜਿਹੜਾ ਹੈ, ਉਹ ਜਾਖੜ ਸਾਹਿਬ ਦੀ ਅਧਿਕਸ਼ਤਾ ਵਿੱਚ ਅੱਜ ਬੀਜੇਪੀ ਵੱਲ ਤੁਰ ਪਿਆ ਸਾਹਿਬ। ਉਧਰ ਨਵਜੋਤ ਸਿੰਘ ਸਿੱਧੂ ਸਮੇਤ ਪਰਿਵਾਰ ਵਾਰਾਣਸੀ ਗਏ ਨੇ। ਡਾਕਟਰ ਨਵਜੋਤ ਕੌਰ ਸਿੱਧੂ ਲਗਾਤਾਰ ਕੈਂਸਰ ਦੇ ਇਲਾਜ ਦੇ ਅਧੀਨ ਨੇ ਅਤੇ ਜਦੋਂ ਵੀ ਵੇਲਾ ਲੱਗਦਾ ਹੈ ਤੇ ਉਹ ਜ਼ਰੂਰ ਵੱਖ-ਵੱਖ ਧਾਰਮਿਕ ਥਾਵਾਂ ਤੇ ਜਾ ਰਹੇ ਨੇ। ਸੋ ਡਾਕਟਰ ਨਵਜੋਤ ਕੌਰ ਸਿੱਧੂ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਬੇਟੀ ਔਰ ਡਾਕਟਰ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੇ ਪੋਲੀਟੀਕਲ ਸਾਥੀ ਗੌਤਮ ਸੇਠ, ਉਹ ਵੀ ਉਹਨਾਂ ਦੇ ਨਾਲ ਤਸਵੀਰ 'ਚ ਨਜ਼ਰ ਆ ਰਹੇ ਨੇ, ਜਿਹੜੀ ਉਹਨਾਂ ਨੇ ਟਵਿੱਟਰ ਤੇ ਕੱਲ੍ਹ ਸਾਂਝੀ ਕੀਤੀ। ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਸਥਾਨਕ ਜਿਹੜੇ ਆਗੂ ਨੇ, ਜਾਣਕਾਰ ਨੇ, ਉਹ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ। ਸੋ ਕਈ ਦਿਨਾਂ ਦਾ ਉਹਨਾਂ ਦਾ ਇਹ ਵਾਰਾਣਸੀ ਦਾ ਦੌਰਾ ਹੈ। ਇਸ ਦਰਮਿਆਨ ਉਹ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਜਾਣਗੇ ਔਰ ਡਾਕਟਰ ਨਵਜੋਤ ਕੌਰ ਸਿੱਧੂ ਲਗਾਤਾਰ ਚਾਹੁੰਦੇ ਸੀ ਕਿ ਉਹ ਇਹਨਾਂ ਸਾਰੀਆਂ ਧਾਰਮਿਕ ਥਾਵਾਂ ਤੇ ਯਾਤਰਾਵਾਂ ਕਰਨ। ਸੋ ਆਉਂਦੇ ਦਿਨਾਂ ਦੇ ਵਿੱਚ ਤਸਵੀਰਾਂ ਦੇ ਰੂਪ 'ਚ ਪਤਾ ਲੱਗਦਾ ਰਹੇਗਾ ਕਿ ਕਿਹੜੀ-ਕਿਹੜੀ ਧਾਰਮਿਕ ਥਾਂ ਤੇ ਡਾਕਟਰ ਨਵਜੋਤ ਕੌਰ ਸਿੱਧੂ ਔਰ ਨਵਜੋਤ ਸਿੰਘ ਸਿੱਧੂ ਜਾਂਦੇ ਨੇ। ਇਸ ਤੋਂ ਪਹਿਲਾਂ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਾਫੀ ਸਮਾਂ ਲਾ ਕੇ ਆਏ ਨੇ। ਉੱਥੇ ਵੀ ਦੇਵੀ ਦੇਵਤਾਵਾਂ ਦੇ ਦਰਸ਼ਨ ਉਹਨਾਂ ਨੇ ਕੀਤੇ ਔਰ ਇਸ ਤੋਂ ਇਲਾਵਾ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਦਾ ਇਲਾਜ ਚੱਲ ਰਿਹਾ। ਸੋ ਉੱਥੇ ਉਹਨਾਂ ਨੇ ਆਪਣੀ ਸਿਹਤਯਾਬੀ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ, ਜਿੱਥੇ ਹਵਾ ਸਾਫ਼ ਹੈ ਪਰ ਅੱਜ ਕੱਲ੍ਹ ਬਰਸਾਤ ਬਹੁਤ ਜ਼ਿਆਦਾ ਹੈ, ਮੀਂਹ ਬਹੁਤ ਜ਼ਿਆਦਾ ਹੈ। ਪਰ ਨਵਜੋਤ ਸਿੰਘ ਸਿੱਧੂ ਦੁਬਾਰਾ ਧਾਰਮਿਕ ਥਾਵਾਂ ਤੇ ਜਾਣ ਤੋਂ ਪਹਿਲਾਂ ਜਿਹੜਾ ਸਨਅਤੀ ਕੇਂਦਰ ਲੁਧਿਆਣੇ 'ਚ ਧਰਨਾ ਹੋਇਆ ਸੀ, ਉਹਦੇ ਵਿੱਚ ਇੰਡੀਆ ਗਠਬੰਧਨ ਤੇ ਜਿਹੜਾ ਉਹਨਾਂ ਦਾ ਬਿਆਨ ਸੀ, ਖੁੱਲ੍ਹ ਕੇ ਹਾਈ ਕਮਾਂਡ ਦੇ ਇਸ ਫੈਸਲੇ ਦਾ ਉਹਨਾਂ ਨੇ ਸਮਰਥਨ ਕੀਤਾ ਸੀ। ਉਹਦੀ ਸਿਆਸੀ ਤੌਰ ਤੇ ਖੂਬ ਚਰਚਾ ਹੈ। ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਸੀ ਤੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਜਦੋਂ ਸਾਰੀਆਂ ਪਾਰਟੀਆਂ ਸੰਵਿਧਾਨ ਔਰ ਡੈਮੋਕ੍ਰੇਸੀ ਨੂੰ ਤਕੜਾ ਕਰਨ ਲਈ ਖੜੀਆਂ ਨੇ ਤੇ ਇਹ ਫੈਸਲਾ ਚੰਗਾ ਹੈ। ਉਧਰ ਇੱਕ ਅਹਿਮ ਖਬਰ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਗਵਰਨਰ ਨੇ ਪੰਜਾਬ ਵਿਧਾਨ ਸਭਾ ਦਾ 19-20 ਜੂਨ ਨੂੰ ਹੋਇਆ ਵਿਧਾਨ ਸਭਾ ਸੈਸ਼ਨ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਗਵਰਨਰ ਦਾ ਕਹਿਣਾ ਹੈ ਕਿ ਜੋ ਬਜਟ ਸੈਸ਼ਨ ਦੇ ਵਿੱਚ ਜੋ ਕੰਮਕਾਜ ਸੀ ਉਹ ਸੰਪੂਰਨ ਸੀ ਔਰ ਜਿਹੜੇ ਹੁਣ ਬਿੱਲ ਲਿਆਂਦੇ ਗਏ ਸੀ ਇਹ ਵੀ ਇੱਕ ਤਰੀਕੇ ਨਾਲ ਗੈਰ ਕਾਨੂੰਨੀ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਇਹ ਬਜਟ ਸੈਸ਼ਨ ਹੀ ਗੈਰ ਕਾਨੂੰਨੀ ਸੀ। ਗਵਰਨਰ ਨੇ ਚਿੱਠੀ ਵੀ ਲਿਖੀ ਸੀ ਮੁੱਖ ਮੰਤਰੀ ਨੂੰ। ਉਧਰ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਉਹ ਕਹਿੰਦੇ ਇੰਤਜ਼ਾਰ ਕਰੋ, ਚਾਰੇ ਬਿੱਲ ਪਾਸ ਹੋਣਗੇ। ਮਤਲਬ ਇਹਦੇ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਸੁਪਰੀਮ ਕੋਰਟ ਦਾ ਰੁਖ ਕਰਨਗੇ। ਸੋ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਸਰਕਾਰ ਬਹੁਤ ਜਲਦ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਹੈ ਔਰ ਗਵਰਨਰ ਵੱਲੋਂ ਜਿਹੜੀ ਕਾਨੂੰਨੀ ਸਲਾਹ ਭੇਜੀ ਗਈ ਹੈ ਨਾਲ ਜੋੜ ਕੇ ਆਪਣੀ ਚਿੱਠੀ ਦੇ ਕਿ ਇਹ ਜਿਹੜਾ ਸੈਸ਼ਨ ਹੈ ਇਹ ਗੈਰ ਕਾਨੂੰਨੀ ਸੀ, ਇਹਨੂੰ ਸੁਪਰੀਮ ਕੋਰਟ 'ਚ ਭਗਵੰਤ ਮਾਨ ਦੀ ਸਰਕਾਰ ਚੈਲੰਜ ਕਰ ਸਕਦੀ ਹੈ। ਹੁਣ ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਹੋਏਗਾ, ਅਗਰ ਸਰਕਾਰ ਜਾਂਦੀ ਹੈ, ਕਿ ਇਹ ਸੈਸ਼ਨ ਗੈਰ ਕਾਨੂੰਨੀ ਸੀ ਜਾਂ ਕਾਨੂੰਨੀ ਸੀ। ਅਗਰ ਸੈਸ਼ਨ ਕਾਨੂੰਨੀ ਹੋਇਆ ਤੇ ਫਿਰ ਚਾਰੇ ਬਿੱਲ ਗਵਰਨਰ ਨੂੰ ਦਸਤਖਤ ਕਰਨੇ ਪੈ ਸਕਦੇ ਆ ਜਾਂ ਉਹ ਰਾਸ਼ਟਰਪਤੀ ਕੋਲੇ ਭੇਜ ਦੇਣਗੇ, ਪਰ ਇਹ ਮਾਮਲਾ ਅੱਗੇ ਵਧੇਗਾ। ਪਰ ਅਗਰ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਇਹ ਸਾਬਤ ਨਹੀਂ ਕਰ ਪਾਉਂਦੀ ਕਿ ਇਹ ਸੈਸ਼ਨ ਕਾਨੂੰਨੀ ਸੀ ਤੇ ਫਿਰ ਇਹ ਚਾਰੇ ਬਿੱਲ ਨੇ ਜਿਹੜੇ ਇਹ ਗਵਰਨਰ ਕਦੀ ਵੀ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਨਗੇ। ਇਹਨਾਂ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ। ਉਂਝ ਵੱਖ-ਵੱਖ ਤਰ੍ਹਾਂ ਦੀ ਡਿਬੇਟ ਵੱਖ-ਵੱਖ ਪੱਤਰਕਾਰ, ਵੱਖ-ਵੱਖ ਬੁੱਧੀਜੀਵੀ ਕਰ ਰਹੇ ਨੇ, ਵੱਖ-ਵੱਖ ਲੀਡਰ ਕਰ ਰਹੇ ਨੇ। ਕੱਲ੍ਹ ਬਿਕਰਮ ਮਜੀਠੀਆ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਂਝ ਕਈ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਬਜਟ ਦੀ ਮਨਜ਼ੂਰੀ, ਕਿਉਂਕਿ ਪੰਜਾਬ ਦੇ ਗਵਰਨਰ ਤੋਂ
ਜਿਹੜਾ ਸੈਸ਼ਨ ਹੈ ਉਹਦੀ ਮਨਜ਼ੂਰੀ ਪੰਜਾਬ ਦੇ ਗਵਰਨਰ ਤੋਂ ਲੈਣੀ ਪੈਂਦੀ ਹੈ। ਇਸ ਵਾਰ ਸਰਕਾਰ ਨੇ ਗਵਰਨਰ ਤੋਂ ਮਨਜ਼ੂਰੀ ਨਹੀਂ ਲਈ ਕਿਉਂਕਿ ਸਰਕਾਰ ਦਾ ਕਹਿਣਾ ਸੀ ਕਿ ਜਿਹੜਾ ਇਹ ਬਜਟ ਸੈਸ਼ਨ ਹੈ ਇਹ ਉਹ ਚੱਕਿਆ ਨਹੀਂ ਸੀ ਗਿਆ, ਉਹ ਸੰਪੂਰਨ ਨਹੀਂ ਸੀ ਹੋਇਆ, ਉਹ ਖੁੱਲ੍ਹਾ ਪਿਆ ਸੀ ਅਤੇ ਉਹਦੇ ਉੱਤੇ ਅਸੀਂ ਸੈਸ਼ਨ ਅੱਗੇ ਵਧਾਇਆ। ਜਦਕਿ ਕਈ ਲੋਕ ਕਹਿ ਰਹੇ ਨੇ ਕਿ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਇਹ ਬਜਟ ਸੈਸ਼ਨ ਤੋਂ ਪਹਿਲਾਂ ਨਾ ਤਾਂ ਏਜੰਡੇ 'ਚ ਸੀ, ਨਾ ਵਿਚਾਰੇ ਗਏ ਅਤੇ ਨਾ ਇਹ ਬਿਜ਼ਨਸ ਦਾ ਹਿੱਸਾ ਸੀ। ਇਸ ਕਰਕੇ ਅਚਾਨਕ ਇਹ ਜਿਹੜੇ ਬਿੱਲ ਲਿਆਂਦੇ ਗਏ ਨੇ, ਇਸ ਕਰਕੇ ਇਹਨਾਂ ਨੂੰ ਪੁਰਾਣੇ ਬਜਟ ਸੈਸ਼ਨ ਦੇ ਐਕਸਟੈਂਡਡ ਸੈਸ਼ਨ ਦੇ ਰੂਪ 'ਚ ਨਹੀਂ ਦੇਖਿਆ ਜਾ ਸਕਦਾ। ਸੋ ਸਾਰੇ ਜਿਹੜੇ ਐਕਸਪਰਟ ਨੇ ਉਹਨਾਂ ਦੀ ਆਪਣੀ ਆਪਣੀ ਰਾਏ ਹੈ, ਪਰ ਆਖਰੀ ਫੈਸਲਾ ਹੁਣ ਅਦਾਲਤ 'ਚ ਹੋਏਗਾ, ਸੁਪਰੀਮ ਕੋਰਟ 'ਚ ਹੋਏਗਾ ਜਦੋਂ ਭਗਵੰਤ ਮਾਨ ਦੀ ਸਰਕਾਰ ਸੁਪਰੀਮ ਕੋਰਟ 'ਚ ਜਾਂਦੀ ਹੈ। ਪਰ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਕਿਹਾ ਕਿ ਇੰਤਜ਼ਾਰ ਕਰੋ, ਚਾਰੇ ਬਿੱਲ ਪਾਸ ਹੋਣਗੇ, ਇੱਕ ਵਾਰ ਫੇਰ ਭਗਵੰਤ ਮਾਨ ਦੀ ਸਰਕਾਰ ਸੁਪਰੀਮ ਕੋਰਟ ਜਾ ਸਕਦੀ ਹੈ। ਪਰ ਗਵਰਨਰ ਨੇ ਆਪਣੀ ਚਿੱਠੀ 'ਚ ਗੱਲ ਲਿਖੀ ਕਿ ਮੈਂ ਜਾਣਕਾਰੀਆਂ ਮੰਗਦਾ, ਤੁਸੀਂ ਦਿੰਦੇ ਨਹੀਂ। ਜਦੋਂ ਬਜਟ ਸੈਸ਼ਨ ਦੀ ਮਨਜ਼ੂਰੀ ਨਹੀਂ ਦੇ ਰਹੇ ਸੀ ਪੰਜਾਬ ਦੇ ਗਵਰਨਰ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਸੀ, ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗਵਰਨਰ ਨੂੰ ਵੀ ਉਹਨਾਂ ਦੀ ਪੁੱਛੀ ਗਈ ਜਾਣਕਾਰੀ ਦਿੱਤੀ ਜਾਣੀ ਲਾਜ਼ਮੀ ਹੈ। ਹੁਣ ਕੀ ਪੰਜਾਬ ਸਰਕਾਰ ਗਵਰਨਰ ਨੂੰ ਇਹ ਜਾਣਕਾਰੀ ਭੇਜ ਰਹੀ ਹੈ ਜਾਂ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਗਵਰਨਰ ਦੇ ਸਵਾਲਾਂ ਦੇ ਜਵਾਬ ਸਰਕਾਰ ਦੇਵੇਗੀ, ਜਾਂ ਸੁਪਰੀਮ ਕੋਰਟ ਦੇ ਵਿੱਚ ਹੀ ਸਰਕਾਰ ਗਵਰਨਰ ਦੇ ਸਵਾਲਾਂ ਦਾ ਜਵਾਬ ਦੇਵੇਗੀ, ਜਾਂ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਇਹ ਸਵਾਲ ਪੁੱਛੇਗੀ ਕਿ ਤੁਸੀਂ ਗਵਰਨਰ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ। ਸੋ ਆਉਣ ਵਾਲਾ ਸਮਾਂ ਬੜਾ ਦਿਲਚਸਪ ਹਰਜੋਜੀ ਹੋਣ ਵਾਲਾ ਹੈ। ਕੱਲ੍ਹ ਬਿਕਰਮ ਮਜੀਠੀਆ ਨੇ ਵੀ ਸਿੱਧੇ ਤੌਰ 'ਤੇ ਜਿਹੜਾ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਇਹ ਸੈਸ਼ਨ ਸੀ, 4 ਬਿੱਲ ਸੀ, ਇਸ ਸੈਸ਼ਨ ਨੂੰ ਉਹਨਾਂ ਨੇ ਵੀ ਗੈਰ ਕਾਨੂੰਨੀ ਕਿਹਾ। ਬਿਕਰਮ ਮਜੀਠੀਆ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ। ਇੱਕ ਵਾਰ ਬਿਕਰਮ ਮਜੀਠੀਆ ਦੀ ਗੱਲ ਵੀ ਸੁਣਦੇ ਹਾਂ। ਵਿਧਾਨ ਸਭਾ ਦੇ ਇਜਲਾਸ 'ਚ ਕੱਲ੍ਹ ਗਵਰਨਰ ਸਾਹਿਬ ਨੇ ਇਹਨਾਂ ਨੂੰ ਜਵਾਬ ਦੇ ਹੀ ਦਿੱਤਾ ਕਿ ਭਾਈ ਤੁਸੀਂ ਕੋਈ ਮਨਜ਼ੂਰੀ ਨਹੀਂ ਲਈ, ਔਰ ਮੈਂ ਨਾ ਮਾਨੂੰ ਹਰ ਇੰਸਟੀਟਿਊਸ਼ਨ ਦੀ ਧੱਜੀਆਂ ਉਡਾਉਣੀਆਂ ਕੋਈ ਇਹਨਾਂ ਤੋਂ ਸਿੱਖੀ। ਔਰ ਉਹ ਚਾਰਾ ਜਿਹੜੇ 2 ਦਿਨ ਉੱਥੇ ਸੈਸ਼ਨ ਚੱਲਿਆ, ਮੈਂ ਤੁਹਾਨੂੰ ਪਿਛਲੀ ਵਾਰੀ ਕਿਹਾ ਸੀਗਾ ਕਿ ਉੱਥੇ DGP ਦੀ ਅਪਾਇੰਟਮੈਂਟ ਨੂੰ ਲੈ ਕੇ ਇੱਕ ਬਿੱਲ ਆਉਣਾ। ਹੁਣ ਜਿਹੜੀ ਗਵਰਨਰ ਸਾਹਿਬ ਦੀ ਮੈਂ ਗੱਲ ਦੀ ਤਾਇਦ ਕਰ ਰਿਹਾ, ਜੇ ਇਹ ਬਜਟ ਦਾ ਹਿੱਸਾ ਸੀ ਤੇ ਕੀ ਉਹ ਬਿੱਲ ਉਦੋਂ ਕੋਈ ਬਿੱਲ ਆਇਆ ਸੀ ਜਿਸ 'ਚ DGP ਦੀ ਅਪਾਇੰਟਮੈਂਟ ਦੇ ਨਵੇਂ ਰੂਲ ਫਰੇਮ ਹੋਣੇ ਸੀ? ਉਹ ਤਾਂ ਆਇਆ ਹੀ ਐਤਕੀ। ਤੁਸੀਂ ਨਵੇਂ ਬਿੱਲ ਲਿਆ ਰਹੇ ਹੋ, ਮਤਲਬ ਕਿ ਤੁਹਾਡਾ ਵਾਕਈ ਬਜਟ ਸੈਸ਼ਨ ਨਾਲ ਕੋਈ ਤਾਲੁਕਾਤ ਨਹੀਂ ਸੀ। ਮੈਂ ਬਿੱਲਾਂ ਤੋਂ ਗੱਲ ਕਰ ਰਿਹਾ। ਆ ਭਾਵੇਂ ਉਹ ਪ੍ਰਸਾਰਣ ਦੀ ਗੱਲ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇਹ ਵੀ ਬਜਟ ਦਾ ਕੋਈ ਉਦੋਂ ਬਿੱਲਾਂ ਦਾ ਜ਼ਿਕਰ ਨਹੀਂ ਹੋਇਆ ਸੀ। ਸੇਮ ਵੇ ਜਿਹੜੀ ਬਾਕੀ ਦੇ ਵੀ ਬਿੱਲ ਇਹਨਾਂ ਨੇ ਪਾਸ ਕੀਤੇ ਨੇ, ਇਹ ਤੋਂ ਸਪਸ਼ਟ ਹੁੰਦਾ ਹੈ ਕਿ ਹਾਓ ਜਿਹੜੀ ਇੱਕ ਕਨਸਟੀਟਿਊਸ਼ਨਲ ਅਥਾਰਟੀ ਹੈ, ਸਭ ਨੂੰ ਪਤਾ ਹੈ ਕਿ ਭਾਈ ਗਵਰਨਰ ਦੀ ਪਰਮਿਸ਼ਨ ਤੋਂ ਬਾਅਦ ਸੈਸ਼ਨ ਬੁਲਾਇਆ ਜਾਂਦਾ ਹੈ। ਜਦੋਂ ਸਰਕਾਰ ਕੈਬਨਿਟ ਫੈਸਲਾ ਕਰਦੀ ਹੈ, ਗਵਰਨਰ ਕੋਲ ਜਾਂਦਾ ਹੈ, ਉਹ ਤੋਂ ਮਨਜ਼ੂਰੀ ਮਿਲਦੀ ਹੈ। ਫਿਰ ਇਹਨਾਂ ਨੇ ਗਵਰਨਰ ਸਾਹਿਬ ਦਾ ਵੀ ਪਿਛਲੀ ਵਾਰੀ ਮੂਰਖ ਬਣਾਉਣ ਦਾ ਕੋਸ਼ਿਸ਼ ਕੀਤੀ ਤਾਂ ਸਾਡਾ ਤਾਂ BAC ਫੈਸਲਾ ਕਰੂ। BAC ਤਾਂ ਤੁਸੀਂ ਜਿਹੜਾ ਏਜੰਡਾ ਪਾਸ ਕੀਤਾ ਉਹਦੇ ਤਾਂ ਲਿਆ ਹੀ ਨਹੀਂ BAC 'ਚ, ਉਹ ਤਾਂ ਤੁਸੀਂ ਅਗਲੇ ਦਿਨ ਛਾਪੇ ਕਿਹੜੇ ਸੀ। ਸੋ ਹਰ ਜਗ੍ਹਾ ਹੀ ਕਿਵੇਂ ਅਥਾਰਟੀ ਨੂੰ, ਇੰਸਟੀਟਿਊਸ਼ਨਸ ਨੂੰ ਡੀਰੇਲ ਕਰਨਾ ਹੈ। ਔਰ ਅੱਜ ਆਨਰੇਬਲ ਸੁਪਰੀਮ ਕੋਰਟ ਨੂੰ ਜੇ ਦਖਲ ਦੇਣਾ ਪੈ ਜਾਏ, ਮੈਨੂੰ ਤਾਂ ਲੱਗਦਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦਖਲ ਦੇਣਾ ਪੈਣਾ ਕਿ ਉਹੀ ਹਾਲ ਪੰਜਾਬ 'ਚ, ਇਸ਼ਤਿਹਾਰ ਪੂਰੇ, ਕੰਮ ਜ਼ੀਰੋ। ਸੋ ਤੁਸੀਂ ਬਿਕਰਮ ਮਜੀਠੀਆ ਦੀ ਗੱਲ ਸੁਣੀ। ਸੋ ਆਉਂਦੇ ਦਿਨ ਜਿਹੜਾ ਬਜਟ ਸੈਸ਼ਨ ਹੈ ਪੰਜਾਬ ਦਾ, ਜਿਹੜਾ ਬਜਟ ਸੈਸ਼ਨ ਸੀ ਉਹਦੇ 'ਤੇ ਚਰਚਾ ਹੋਏਗੀ, ਔਰ ਜਿਹੜਾ ਐਕਸਟੈਂਡਡ ਸੈਸ਼ਨ ਸੀ 19-20 ਜੂਨ ਦਾ, ਉਹਦੇ 'ਤੇ ਵੀ ਖੂਬ ਚਰਚਾ ਹੋਏਗੀ ਕਿ ਕੀ ਉਹ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ। ਸੋ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਜਿਹੜੀ ਅਗਰ ਇਹ ਲੜਾਈ ਸੁਪਰੀਮ ਕੋਰਟ ਪਹੁੰਚਦੀ ਹੈ ਤਾਂ ਬੜੀ ਦਿਲਚਸਪ ਹੋਣ ਵਾਲੀ ਹੈ ਕਾਨੂੰਨੀ ਨਜ਼ਰੀਏ ਤੋਂ। ਔਰ ਲੋਕ ਸਭਾ ਚੋਣਾਂ 'ਤੇ ਵੀ ਇਹ ਸੈਸ਼ਨ ਦਾ ਜਿਹੜਾ ਫੈਸਲਾ ਹੈ ਉਹ ਬੜਾ ਅਸਰ ਪਾਏਗਾ। ਭਗਵੰਤ ਮਾਨ ਇਸ ਲੜਾਈ 'ਚ ਸੁਪਰੀਮ ਕੋਰਟ 'ਚ ਅਗਰ ਜਾਂਦੇ ਆ ਜਾਂ ਹਾਈ ਕੋਰਟ ਜਾਂਦੇ ਆ, ਜਿੱਤਦੇ ਆ ਜਾਂ ਹਾਰਦੇ ਆ, ਗਵਰਨਰ ਜਿੱਤਦੇ ਆ ਜਾਂ ਹਾਰਦੇ ਆ, ਇਹਦਾ ਬਹੁਤ ਕੁਝ ਫਰਕ ਪਏਗਾ। ਦੇਖੋ ਜੀ, ਮੈਂ ਕਹਾਂਗੀ ਕਿ ਜਿੱਥੇ ਲੋਕਾਂ ਦੀ ਗੱਲ ਕੀਤੀ ਜਾਵੇ, ਲੋਕਾਂ ਦੇ ਹੱਕ ਦੀ ਗੱਲ ਕੀਤੀ ਜਾਵੇ, ਉਸ ਨੂੰ ਗੈਰ ਕਾਨੂੰਨੀ ਨਹੀਂ ਸਮਝਣਾ ਚਾਹੀਦਾ। ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ, ਭਾਵੇਂ ਕਿਸੇ ਤਰੀਕੇ ਨਾਲ। ਉਹਦਾ CM ਸਾਹਿਬ ਜਵਾਬ ਦੇਣਗੇ। ਉਹ ਮਤਲਬ ਅੱਜ ਕਿਉਂਕਿ ਮਣੀਪੁਰ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੈ, ਉਹ ਵੀ ਜਵਾਬ ਦੇਵਾਂਗੇ। ਚੰਡੀਗੜ੍ਹ ਦਾ ਜਿਹੜਾ ਸਦਨ ਹੈ ਨਗਰ ਨਿਗਮ ਦਾ, ਇਹ ਪਹਿਲਾਂ ਵੀ ਅਸੀਂ ਦੇਖਿਆ ਬਹੁਤ ਹੰਗਾਮੇਦਾਰ ਰਿਹਾ, ਚਰਚਾ 'ਚ ਰਿਹਾ, ਇੱਕ ਦੂਜੇ ਨਾਲ ਲੜਾਈ, ਪੁਲਿਸ ਤੱਕ ਮਾਮਲਾ ਪਹੁੰਚਿਆ। ਜਦੋਂ ਉੱਥੇ ਦੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਵੀ ਆਮ ਆਦਮੀ ਪਾਰਟੀ ਦੇ
ਇੱਕ ਕੌਂਸਲਰ ਦਾ ਤਕਰਾਰ ਸੁਰਖੀਆਂ ਬਣਿਆ। ਇੱਕ ਵਾਰੀ ਫਿਰ ਚੰਡੀਗੜ੍ਹ ਦੇ ਜਿਹੜਾ ਨਗਰ ਨਿਗਮ ਦਾ ਸਦਨ ਹੈ ਉਹਦੇ ਵਿੱਚ ਤਕਰਾਰ ਤੇ ਹੰਗਾਮੇ ਦੇਖਣ ਨੂੰ ਮਿਲੇ। ਸੋ ਆਮ ਆਦਮੀ ਪਾਰਟੀ ਔਰ ਬੀਜੇਪੀ ਜਿਹੜਾ ਇੱਟ ਖੜਿੱਕਾ ਹੈ, ਸਿਆਸੀ ਇੱਟ ਖੜਿੱਕਾ ਇਹਨਾਂ ਦੋਨਾਂ ਪਾਰਟੀਆਂ 'ਚ ਚੱਲਦਾ ਰਹਿੰਦਾ ਹੈ। ਸੋ ਗੋਆ ਟੂਰ ਤੇ ਕੁਝ ਕੌਂਸਲਰ ਗਏ ਸੀ, ਉਹਨਾਂ ਬਾਰੇ ਕੁਝ ਅਜਿਹੇ ਸ਼ਬਦ ਬੋਲੇ ਗਏ ਜਿਹਦਾ ਇਤਰਾਜ਼ ਕੀਤਾ ਜਾ ਰਿਹਾ ਸੀ। ਪਰ ਇਸ ਸਦਨ ਦੇ ਦੌਰਾਨ ਇੱਕ ਵਾਰੀ ਫਿਰ ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਕਿ ਜਿਹਦੇ ਨਾਲ ਉੱਥੇ ਰੌਲਾ ਰੱਪਾ ਪੈ ਗਿਆ। ਫਿਰ ਮਾਰਸ਼ਲ ਬੁਲਾਉਣੇ ਪਏ। ਹਾਲਾਂਕਿ ਇਹ ਵੀ ਚਰਚਾਵਾਂ ਨੇ, ਕਹਿੰਦੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਵਾਲੇ ਪਾਸੇ ਚੂੜੀਆਂ ਵਗਾ ਕੇ ਕੰਚ ਦੀਆਂ ਸੁੱਟੀਆਂ ਗਈਆਂ। ਕੁਝ ਵੀਡੀਓ CCTV ਵੀਡੀਓ ਜਾਰੀ ਹੋ ਰਹੇ ਨੇ, ਇਹ ਨਹੀਂ ਪਤਾ ਉਹਨਾਂ ਦੇ ਵਿੱਚ ਕੌਣ ਹੈ, ਪਰ ਉਹ ਬੋਤਲਾਂ ਨੂੰ ਵੀ ਹੱਥਾਂ ਦੇ ਨਾਲ ਪਰਾਂ ਸੁੱਟਦੇ ਹੋਏ ਉਹਨਾਂ CCTV ਵੀਡੀਓ 'ਚ ਨਜ਼ਰ ਆ ਰਹੀਆਂ ਨੇ, ਜਿਹੜੀਆਂ ਕੱਲ੍ਹ ਸਾਰਿਆਂ ਨੇ ਵੇਖੀਆਂ। ਸੋ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਕੌਂਸਲਰ ਨੇ ਉਹਨਾਂ ਨੇ ਜੰਮ ਕੇ ਵਿਰੋਧ ਕੀਤਾ ਉੱਥੇ ਵੈਲ ਦੇ ਵਿੱਚ ਜਾ ਕੇ। ਔਰ ਇਹ ਵੀ ਕਹਿੰਦੇ ਨੇ ਕਿ 2 ਘੰਟੇ ਸ਼ੁਰੂ ਦੇ 2 ਘੰਟੇ ਜਿਹੜੇ ਨੇ ਉਹ ਕੋਈ ਬਹੁਤ ਉਸਾਰੂ ਨਹੀਂ ਰਹੇ। ਔਰ ਆਮ ਆਦਮੀ ਪਾਰਟੀ ਦੇ ਜਿਹੜੇ 8 ਕੌਂਸਲਰ ਨੇ ਉਹਨਾਂ ਨੂੰ ਸਦਨ ਦੀ ਕਾਰਵਾਈ ਤੋਂ ਸਸਪੈਂਡ ਕੀਤਾ ਗਿਆ। ਫਿਰ ਮਾਰਸ਼ਲ ਬੁਲਾ ਕੇ ਉਹਨਾਂ ਨੂੰ ਨਗਰ ਨਿਗਮ ਦੇ ਸਦਨ 'ਚੋਂ ਬਾਹਰ ਭੇਜਿਆ ਗਿਆ। ਉਧਰ ਮਨੀਪੁਰ ਦੀ ਘਟਨਾ 'ਤੇ ਵੀ ਜੰਮ ਕੇ ਪਾਰਲੀਮੈਂਟ ਦੇ ਵਿੱਚ ਹੰਗਾਮੇ ਹੋ ਰਹੇ ਨੇ। ਹਾਲਾਂਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹਨਾਂ ਨੇ ਮਲਕੇ ਅਰਜਨ ਖੜਗੇ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਰਕਾਰ ਇਸ ਮਸਲੇ 'ਤੇ ਖੁੱਲ੍ਹ ਕੇ ਚਰਚਾ ਕਰਨ ਦੇ ਲਈ ਤਿਆਰ ਹੈ। ਉਧਰ ਜਿਹੜੇ ਵਿਰੋਧੀ ਧਿਰਾਂ ਲਗਾਤਾਰ ਇਸ ਮੁੱਦੇ 'ਤੇ ਭਾਰਤ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਜੋ ਕੁਝ ਮਨੀਪੁਰ ਦੇ ਵਿੱਚ ਵਾਪਰਿਆ। ਉਧਰ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਤੇ ਕਟਾਰੂ ਚੱਕ, ਇਹਨਾਂ ਨੇ ਵੀ ਮਨੀਪੁਰ ਦੀ ਹਿੰਸਾ 'ਤੇ ਆਪਣਾ ਪੱਖ ਰੱਖਿਆ ਔਰ ਉਹ ਵੀ ਔਰਤਾਂ ਦੇ ਖਿਲਾਫ, ਜਾਂ ਕਹਿ ਲਓ ਕਿ ਇਸ ਤੋਂ ਵੱਡੀ ਮੈਂ ਸਮਾਜ ਲਈ ਸ਼ਰਮ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ। ਔਰ ਉਸ ਤੋਂ ਵੱਡੀ ਗੱਲ ਕਿ ਇਸ ਨੂੰ 2 ਮਹੀਨੇ ਤੱਕ ਦਬਾਇਆ ਜਾਂਦਾ ਹੈ ਔਰ ਉਸ ਦੇ ਖਿਲਾਫ ਕੋਈ ਬਿਆਨਬਾਜ਼ੀ ਕਿਸੇ ਕੇਂਦਰੀ ਮੰਤਰੀ ਦੀ, ਸੰਬੰਧਿਤ ਮੰਤਰੀ ਦੀ ਜਾਂ ਪ੍ਰਧਾਨ ਮੰਤਰੀ ਜੀ ਦੀ ਨਹੀਂ ਹੁੰਦੀ। ਔਰ ਜੇ ਹੁੰਦੀ ਵੀ ਹੈ ਤਾਂ ਸਿਰਫ ਦੂਜੀਆਂ ਸਟੇਟਸ ਨੂੰ ਟਾਰਗੇਟ ਕਰਕੇ ਉਸ ਨੂੰ ਇਸ ਤਰੀਕੇ ਨਾਲ ਰਾਜਨੀਤੀ 'ਚ ਜੋੜਿਆ ਜਾਂਦਾ ਹੈ ਕਿ ਜਿਹੜੀਆਂ ਸਰਕਾਰਾਂ BJP ਨਹੀਂ ਹੈ ਉਹਨਾਂ ਦੇ ਵਿੱਚ ਉਹ ਐਕਸ਼ਨ ਲੈਣਗੇ। ਸੋ ਸਾਡੀ ਇਹ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਵੀ ਹੈ ਤੇ ਸਾਡਾ ਇਸ ਗੱਲ ਦਾ ਵਿਰੋਧ ਵੀ ਹੈ ਕਿ ਆਖਰ ਸਾਡੀਆਂ ਮਹਿਲਾਵਾਂ ਭਾਰਤ ਵਰਗੇ ਦੇਸ਼ ਦੇ ਵਿੱਚ ਸੁਰੱਖਿਅਤ ਕਿਉਂ ਨਹੀਂ। ਵੱਡਾ ਸਵਾਲ ਇਹ ਹੈ ਕਿ ਸਾਡੀਆਂ ਮਹਿਲਾਵਾਂ ਸਾਹਮਣੇ ਵੀ ਆਉਂਦੀਆਂ ਨੇ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਦਬਾ ਦਿੱਤਾ ਜਾਂਦਾ ਹੈ, ਰਾਜਨੀਤਿਕ ਦਬਾ ਕਹਿ ਲਓ, ਵੀ ਉਹ ਸਮਾਜ ਦੇ ਵਿੱਚ ਪੂਰੀ ਤਰ੍ਹਾਂ ਵਿਚਰਨ ਦੇ ਵਿੱਚ ਵੀ ਕਾਮਯਾਬ ਨਹੀਂ ਹੋ ਸਕੀਆਂ। ਸੋ ਕੇਂਦਰ ਸਰਕਾਰ ਦਾ ਕਿਸ ਤਰ੍ਹਾਂ ਦੀ ਇਹ ਰਾਜਨੀਤੀ ਚੱਲ ਰਹੀ ਹੈ ਇਹ ਲੋਕਾਂ ਦੇ ਵਿੱਚ ਬਾਖੂਬੀ ਸਾਹਮਣੇ ਆ ਰਹੀ ਹੈ। ਇਸ ਦੇ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਤਾਂ ਕਿ ਇਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੋ ਜਾਵੇ। ਵੈਸੇ ਤਾਂ ਕਹਿਣਾ ਬਹੁਤ ਔਖਾ ਆ, ਜਿਸ ਕਿਸਮ ਦੀ ਦਰਿੰਦਗੀ, ਜਿਸ ਕਿਸਮ ਦਾ ਹੈਵਾਨੀਅਤ ਦਾ ਪ੍ਰਗਟਾਵਾ ਮਨੀਪੁਰ 'ਚ ਕੀਤਾ ਗਿਆ, ਉਹਦੀ ਨਿੰਦਿਆ ਕਰਨ ਲਈ ਸ਼ਬਦਾਂ ਦੀ ਘਾਟ। ਸਾਡੇ ਇਸ ਦੇਸ਼ ਦੇ ਅੰਦਰ ਜਿੱਥੇ ਬਾਬਾ ਸਾਹਿਬ ਦੀ ਵਿਚਾਰਧਾਰਾ, ਬਾਬਾ ਸਾਹਿਬ ਦਾ ਦੇਸ਼, ਗਾਂਧੀ ਦੀ ਵਿਚਾਰਧਾਰਾ ਉਹਨਾਂ ਦਾ ਦੇਸ਼, ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦਾ ਦੇਸ਼, ਤੇ ਸਭ ਤੋਂ ਵੱਡੀ ਗੱਲ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜਨਮੇ ਰਜ਼ਾਨ। ਇਹ ਉਸ ਦੇਸ਼ ਦੇ ਅੰਦਰ ਵਾਪਰ ਰਿਹਾ ਤੇ ਉਸ ਵੇਲੇ ਵਾਪਰ ਰਿਹਾ ਜਦੋਂ ਦੁਨੀਆ 21ਵੀਂ ਸਦੀ ਜਿਹੜੀ ਆ ਉਹ ਕ੍ਰਾਸ ਕਰ ਗਈ ਹੈ। ਸੋ ਮਨੀਪੁਰ ਦੇ ਅੰਦਰ ਜਿਸ ਤਰ੍ਹਾਂ ਮਹਿਲਾਵਾਂ ਦੇ ਖਿਲਾਫ ਜਿਸ ਤਰ੍ਹਾਂ ਹਿੰਸਾ, ਜਿਸ ਤਰ੍ਹਾਂ ਜੋ ਉਹਨਾਂ ਦਾ ਉੱਥੇ ਮਤਲਬ ਮੈਂ ਸਮਝਦਾ ਵੀ ਨੰਗਾ ਨਾਚ ਖੇਡਿਆ ਗਿਆ, ਇਹ ਬੜਾ ਮੰਦਭਾਗਾ ਆ। ਔਰ ਇਹਦੀ ਜਿੱਥੇ ਨਿੰਦਿਆ ਕੀਤੀ ਜਾਣੀ ਬਣਦੀ ਆ ਉੱਥੇ ਸਭ ਤੋਂ ਪਹਿਲਾਂ ਤੇ ਆ ਵੀ ਉਹ ਦੋਸ਼ੀ ਫੜ ਕੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਮਿਲਣ। ਦੂਸਰਾ, ਮਨੀਪੁਰ ਦੇ ਅੰਦਰ ਸ਼ਾਂਤੀ ਬਹਾਲ ਕਰਨ ਦੇ ਲਈ ਸਾਰੀ ਆਪੋਜੀਸ਼ਨ ਨੂੰ, ਵਿਸ਼ੇਸ਼ ਤੌਰ 'ਤੇ ਜਿਹੜੀ ਮਨੀਪੁਰ ਦੀ ਸਰ ਪਾਰਟੀ ਆ, ਉਹਨੂੰ ਕੌਨਫੀਡੈਂਸ ਲੈ ਕੇ ਉਹਦੇ ਲਈ ਕੋਈ ਮਾਹੌਲ ਤਿਆਰ ਕੀਤਾ ਜਾਵੇ ਤੇ ਪ੍ਰਧਾਨ ਮੰਤਰੀ ਨੂੰ ਚੁੱਪੀ ਤੋੜਨੀ ਚਾਹੀਦੀ ਹੈ। ਉਧਰ ਅਖੀਰ ਦੇ ਵਿੱਚ ਕਿਸਾਨਾਂ ਦੀ ਗੱਲ ਜ਼ਰੂਰ ਕਰ ਲਈਏ। ਕਿਸਾਨਾਂ ਨੇ ਇੱਕ ਅਹਿਮ ਪੱਤਰਕਾਰ ਸੰਮੇਲਨ ਬੁਲਾਇਆ ਸੀ, ਆਓ ਸੁਣਦੇ ਹਾਂ ਕਿਸਾਨ ਕੀ ਕਹਿ ਰਹੇ ਨੇ। ਇਹ ਬਰਸਾਤ ਦਾ ਮਹੀਨਾ ਹਾਲੇ ਸ਼ੁਰੂ ਹੀ ਹੋਇਆ, ਹਾਲੇ ਆਉਣ ਵਾਲਾ ਸਮਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਆਉਣਾ ਆ। ਚਲੋ ਪਨੀਰੀਆਂ ਤਿਆਰ ਕਰ ਲਈਆਂ ਲੋਕਾਂ ਨੇ, ਧੰਨਵਾਦ ਕਰਦੇ ਆ, ਪਰ ਲਾਉਣੀਆਂ ਕਿੱਥੇ ਹੈ? ਮੌਸਮ ਤੇ ਹਾਲੇ ਵੀ ਸਾਫ਼ ਨਹੀਂ ਹੈਗਾ। ਜੇ ਮੌਸਮ ਸਾਫ਼ ਨਹੀਂ ਹੈਗਾ, ਮੌਸਮ ਸਾਫ਼ ਵੀ ਹੋ ਗਿਆ ਪਰ ਖੇਤ ਜਿਨ੍ਹਾਂ ਦੇ ਵਿੱਚ ਟੋਏ ਟਿੱਬੇ ਪੈ ਗਏ, ਰੇਤਾ ਚੜ ਗਈ ਹੈ, ਉਹਨਾਂ ਨੂੰ ਲੈਵਲ ਕਰਨ ਵਾਸਤੇ ਕਾਫੀ ਸਮਾਂ ਲੱਗ ਜੂਗਾ। ਸੋ ਇਸ ਵਾਸਤੇ ਅਸੀਂ ਤਾਂ ਸਰਕਾਰ ਨੂੰ ਵੀ ਇਹ ਪਹਿਲਾਂ ਵੀ ਜਦੋਂ ਮੀਟਿੰਗ ਕੀਤੀ ਸੀ ਉਦੋਂ ਅਸੀਂ ਮੁਨਾਸਬ ਨਹੀਂ ਸਮਝਿਆ ਕਿ ਅਸੀਂ ਸਰਕਾਰ ਨੂੰ ਜਗਾਈਏ ਕਿ ਸਰਕਾਰ ਜਿਹੜੀ ਹੈ ਖੁਦ ਜਾਗ ਜਾਵੇ।
ਸਰਕਾਰ ਲੋਕਾਂ ਦੀ ਬਾਹ ਫੜੇ, ਕਿਸਾਨਾਂ ਦੀ ਨਹੀਂ, ਆਮ ਲੋਕਾਂ ਦੀ ਵੀ, ਜਿਨ੍ਹਾਂ ਦੇ ਘਰ ਢੱਠ ਗਏ ਆ, ਜਿਨ੍ਹਾਂ ਦੇ ਪਸ਼ੂ ਜਿਹੜੇ ਆ ਮਰ ਗਏ ਆ, ਆਰਥਿਕ ਨੁਕਸਾਨ ਹੋ ਗਿਆ, ਪਰ ਸਰਕਾਰ ਜਿਹੜੀ ਆ ਚੁੱਪ ਬੈਠੀ ਹੈ। ਸੋ ਪਹਿਲੀ ਗੱਲ ਤੇ ਇਹ ਕਿ ਆਪਾਂ ਜਿਹੜਾ ਝੋਨੇ ਦੀ ਬਿਜਾਈ ਦੀ ਗੱਲ ਕਰਦੇ, ਝੋਨੇ ਦਾ ਨੁਕਸਾਨ ਜਿਹੜਾ ਪ੍ਰੋਪਰ ਹੋਇਆ, ਉਹ ਗਿਰਦਾਵਰੀ ਤੇ ਲੋੜ ਨਹੀਂ। ਜਿਹੜੇ ਇਲਾਕਿਆਂ ਦੇ ਵਿੱਚ ਪੂਰਨ ਤੌਰ ਤੇ ਝੋਨਾ ਮਰ ਗਿਆ ਆ, 50,000 ਰੁਪਏ ਪ੍ਰਤੀ ਏਕੜ ਦੀ ਅਸੀਂ ਮੰਗ ਕਰਦੇ ਹਾਂ ਪੂਰਨ ਤੌਰ ਤੇ। ਕਈ ਇਲਾਕੇ ਤੇ ਇਸ ਤਰ੍ਹਾਂ ਦੇ ਹੈ ਕਿ ਉੱਥੇ ਇਸ ਤੋਂ ਬਾਅਦ ਵੀ ਦੁਬਾਰਾ ਫਸਲ ਕਣਕ ਦੀ ਵੀ ਨਹੀਂ ਹੋਣੀ, ਕਿਉਂਕਿ ਉਹ ਖੇਤ ਖਰਾਬ ਹੋ ਗਏ ਆ। ਔਰ ਇੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪੀਲ ਵੀ ਕਰਦੇ ਹਾਂ ਸਰਕਾਰ ਨੂੰ ਕਿ ਭਾਈ ਜਿਹੜੀਆਂ ਰੇਤ ਚੱਕਣ ਦੀਆਂ ਪਾਬੰਦੀਆਂ ਉਹ ਹਾਲ ਦੀ ਘੜੀ ਹਟਾ ਦਿਓ, ਕਿਉਂਕਿ ਜਿਹੜੀਆਂ ਨਹਿਰਾਂ ਦੇ ਵਿੱਚੋਂ ਰੇਤ ਖੇਤਾਂ ਦੇ ਵਿੱਚ ਚਲ ਗਈ ਹੈ, ਉਹ ਜਿਹੜੀ ਮਾਈਨਿੰਗ ਦੀ ਨੀਤੀ ਆ, ਉਹਨਾਂ ਖੇਤਾਂ ਨੂੰ ਜਿਹੜੀ ਛੋਟ ਦੇ ਦਿੱਤੀ ਜਾਵੇ ਕਿ ਉਹ ਆਪਣੇ ਖੇਤ ਪੱਧਰੇ ਕਰਕੇ ਜਿੱਥੇ ਮਰਜ਼ੀ ਰੇਤ ਵੇਚ ਲੈਣ, ਆਪਣੇ ਘੱਟੋ ਘੱਟ ਖੇਤ ਜਿਹੜੇ ਆ, ਟਿੱਬੇ ਜਿਹੜੇ ਆ, ਉਹ ਪੱਧਰੇ ਕਰ ਲੈਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਉਹਨਾਂ ਨੇ ਝੋਨੇ ਦੀ ਫਸਲ ਮਰੀ ਦਾ ਮੁਆਵਜ਼ਾ ਦੇਣਾ, ਉੱਥੇ ਖੇਤ ਪੱਧਰੇ ਕਰਨ ਦਾ ਜਿਹੜਾ ਆ ਉਹ ਵੀ ਮੁਆਵਜ਼ਾ ਦੇਵੇ ਸਰਕਾਰ। ਜਿਸ ਤਰ੍ਹਾਂ ਪਸ਼ੂ ਮਰੇ ਆ, ਉਹਨਾਂ ਦਾ ਵੀ ਦੁਧਾਰੂ ਪਸ਼ੂਆਂ ਦਾ 1 ਲੱਖ ਰੁਪਈਆ ਜਿਹੜਾ ਸਰਕਾਰ ਨੂੰ ਜਿਹੜਾ ਦੇਣਾ ਚਾਹੀਦਾ ਹੈ। ਸੋ ਜੋ ਮਕਾਨ ਜਾਂ ਉਹਨਾਂ ਦੇ ਕੋਠੀਆਂ ਦੇ ਵਿੱਚ ਤਰੇੜਾਂ ਜਾਂ ਜੋ ਵੀ ਉਹਨਾਂ ਦਾ ਬਣਦਾ ਆ, ਉਹਦੇ ਵਾਸਤੇ ਵੀ ਜਿਹੜੀ ਸਰਕਾਰ ਨੂੰ ਜਿਹੜੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਪਰ ਸਰਕਾਰ ਜਿਹੜੀ ਹੈ ਉਹ ਚੁੱਪ ਕਰਕੇ ਬੈਠੀ ਆ। ਅੱਜ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਇਹੀ ਪਾਸ ਹੋਇਆ ਆ ਕਿ ਸਰਕਾਰ ਨੂੰ ਜਗਾਉਣ ਵਾਸਤੇ ਜਿਹੜਾ ਆ, ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਕੀ ਕਰਨਾ। ਦੇਖੋ, ਪਿਛਲਾ ਅੰਦੋਲਨ ਚੱਲਿਆ ਆ, ਸੰਯੁਕਤ ਜਿਹੜਾ ਕਿਸਾਨ ਮੋਰਚਾ ਆ, ਸਾਰੇ ਲੋਕਾਂ ਨੇ ਸਾਥ ਦਿੱਤਾ, NRI ਵੀਰਾਂ ਨੇ ਸਾਥ ਦਿੱਤਾ। ਅੱਜ ਵੀ NRI ਵੀਰ ਪਿੱਛੇ ਨਹੀਂ ਹਟ ਰਹੇ, ਪੰਜਾਬ ਦੇ ਲੋਕ ਪਿੱਛੇ ਨਹੀਂ ਹਟ ਰਹੇ। ਧੜਾ ਧੜ ਜਿੰਨੀਆਂ ਵੀ NGO ਆ, ਜਿੰਨੇ ਵੀ ਆ, ਸੰਤ ਸੀਚੇਵਾਲ ਜੀ ਆ, ਸਾਡੇ ਲਾਗੇ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਹੈ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੀਆਂ ਵੋਟ ਵਾਲੀਆਂ ਜਿਹੜੀਆਂ ਕਿਸ਼ਤੀਆਂ ਉੱਥੇ ਲਗਾਈਆਂ ਹੋਈਆਂ ਆ। ਸੋ ਘਰਾਂ ਦੇ ਵਿੱਚੋਂ ਜਿਹੜੇ ਬੰਦ ਲੋਕ ਆ ਉਹਨਾਂ ਨੂੰ ਕੱਢ ਰਹੇ ਆ, ਪਰ ਸਰਕਾਰ ਕਿੱਥੇ ਆ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾ ਰਹੇ ਆ। ਸੋ ਗੱਲ ਕਹਿਣ ਤੋਂ ਭਾਵ ਇਹ ਹੈਗੀ ਗਾ, ਸਰਕਾਰ ਸੁੱਤੀ ਪਈ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਆਪਣੇ ਵਿਚਾਰ ਤੁਸੀਂ ਸਾਡੇ ਨਾਲ ਹਮੇਸ਼ਾ ਸਾਂਝੇ ਕਰਦੇ ਹੋ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।